ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਸੋਚ ਦੇ ਇੱਕ ਹੋਰ ਐਪੀਸੋਡ ਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਮੈਂ ਤੁਹਾਡੀ ਕੋ-ਹੋਸਟ ਜਸਮੀਤ। ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲ ਕਰਾਂਗੇ ਸੈਕਸ਼ੂਅਲ ਵਾਇਲੈਂਸ ਬਾਰੇ। ਅਕਸਰ ਸਾਡੀ ਕਮਿਊਨਿਟੀ ਸੋਚਦੀ ਆ ਕਿ ਇਹ ਜਿਹੜਾ ਟੌਪਿਕ ਆ ਸੈਕਸ਼ੂਅਲ ਵਾਇਲੈਂਸ ਸਾਡੀ ਕਮਿਊਨਿਟੀ ਨੂੰ ਇੰਪੈਕਟ ਨਹੀਂ ਕਰਦਾ। ਪਰ ਅੱਜ ਦੀ ਡਿਸਕਸ਼ਨ ਵਿੱਚ ਅਸੀਂ ਤੁਹਾਡੀ ਜਾਣਕਾਰੀ ਵਧਾਉਣਾ ਚਾਹੁੰਦੇ ਹਾਂ ਕਿ ਸਾਰੀ ਕਮਿਊਨਿਟੀਜ਼ ਦੇ ਵਿੱਚ ਸਪੈਸ਼ਲੀ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਸੈਕਸ਼ੂਅਲ ਵਾਇਲੈਂਸ ਹੁੰਦਾ ਆ ਤੇ ਅੱਗੇ ਜਾ ਕੇ ਜਿਹੜੇ ਇੰਡੀਵਿਜੂਅਲਸ ਇੰਪੈਕਟ ਹੁੰਦੇ ਆ ਉਹਨਾਂ ਦੀ ਮਾਨਸਿਕ ਸਿਹਤ ਤੇ ਬਹੁਤ ਅਸਰ ਪੈ ਸਕਦਾ ਆ। ਅੱਜ ਦੇ ਜਿਹੜੇ ਗੈਸਟ ਆ ਉਹ ਸਾਡੇ ਨਾਲ ਆਪਣਾ ਐਕਸਪਰਟ ਓਪੀਨੀਅਨ ਸਾਂਝਾ ਕਰਨਗੇ ਤੇ ਸਾਨੂੰ ਦੱਸਣਗੇ ਕਿ ਸੈਕਸ਼ੂਅਲ ਵਾਇਲੈਂਸ ਕੀ ਹੁੰਦਾ ਆ, ਕਿਸ ਕਿਸਮ ਦਾ ਸੈਕਸ਼ੂਅਲ ਵਾਇਲੈਂਸ ਹੁੰਦਾ ਆ ਤੇ ਜੇ ਤੁਸੀਂ ਇਸ ਐਕਸਪੀਰੀਅੰਸ ਰਾਹੀਂ ਗੁਜ਼ਰ ਰਹੇ ਆ ਜਾਂ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਆ ਕਮਿਊਨਿਟੀ ਦੇ ਵਿੱਚ ਤੁਸੀਂ ਕਿੱਥੋਂ ਮਦਦ ਲੈ ਸਕਦੇ ਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਅਨੀਤ ਹੈਗਾ ਆ ਐਂਡ ਜਿਵੇਂ ਜਸਮੀਤ ਨੇ ਸ਼ੇਅਰ ਕੀਤਾ ਸੈਕਸ਼ੂਅਲ ਵਾਇਲੈਂਸ ਇੱਕ ਐਸਜੀ ਟੌਪਿਕ ਹੈਗੀ ਆ ਜਿਹਦੇ ਬਾਰੇ ਆਪਾਂ ਇੰਨੀ ਗੱਲਬਾਤ ਨਹੀਂ ਕਰਦੇ। ਜਦੋਂ ਵੀ ਅਸੀਂ ਆਦਾ ਮੈਂਟਲ ਹੈਲਥ ਦਾ ਨਰਸਿੰਗ ਐਕਸਪੀਰੀਅੰਸ ਸ਼ੁਰੂ ਕੀਤਾ ਕਲੀਨਿਕ ਦੇ ਵਿੱਚ ਕੰਮ ਕਰਦੇ ਆ, ਲੋਕਾਂ ਨਾਲ ਮਿਲਦੇ ਆ, ਉਹਨਾਂ ਦੀ ਮਾਨਸਿਕ ਬਿਮਾਰੀਆਂ ਅੰਡਰਸਟੈਂਡ ਕਰਦੇ ਆ। ਕਾਫੀ ਲੋਕ ਜਿਨ੍ਹਾਂ ਦੇ ਮੈਂਟਲ ਇਲਨੈਸ ਅੱਜ ਹੈਗੇ ਆ ਉਹਨਾਂ ਦੇ ਪਾਸਟ ਦੇ ਵਿੱਚ ਸਮ ਸੋਰਟ ਆਫ ਸੈਕਸ਼ੂਅਲ ਵਾਇਲੈਂਸ ਜਾਂ ਸੈਕਸ਼ੂਅਲ ਟਰਾਮਾ ਹੋਇਆ ਹੁੰਦਾ ਐਂਡ ਹੈਰਾਨੀ ਵਾਲੀ ਇਹ ਗੱਲ ਆ ਕਿ ਇਹਦੇ ਬਾਰੇ ਆਪਾਂ ਕੋਈ ਗੱਲਬਾਤ ਵੀ ਨਹੀਂ ਕਰਦੇ। ਅਸੀਂ ਆਲਸੋ ਨਰਸਿੰਗ ਦੇ ਵਿੱਚ ਦੇਖਿਆ ਆਪਾਂ ਸੈਕਸ਼ੂਅਲ ਹੈਲਥ ਆਪਣੀ ਕਮਿਊਨਿਟੀ ਦੇ ਵਿੱਚ ਗੱਲ ਕਰਦੇ ਆਪਾਂ ਜੱਜਦੇ ਹੈਗੇ ਆ ਕਿ I don't know ਆਪਾਂ ਇਹਦੇ ਬਾਰੇ ਕਿਵੇਂ ਗੱਲ ਕਰੀਏ। ਪਰਿਵਾਰਾਂ ਦੇ ਵਿੱਚ ਆਪਾਂ ਖੁੱਲ ਕੇ ਪੇਰੈਂਟਸ ਨਾਲ ਗੱਲਬਾਤ ਵੀ ਨਹੀਂ ਕਰਦੇ। ਸੈਕਸ਼ੂਅਲ ਐਜੂਕੇਸ਼ਨ ਐਂਡ ਸੈਕਸ਼ੂਅਲ ਹੈਲਥ ਬਹੁਤ ਇੰਪੋਰਟੈਂਟ ਕਨਵਰਸੇਸ਼ਨ ਹੈਗੀ ਆ ਤੁਹਾਡੇ ਹੈਲਥ ਐਂਡ ਵੈਲਨੈਸ ਲਈ ਤੇ ਅੱਜ ਦੀ ਟੌਪਿਕ ਸੈਕਸ਼ੂਅਲ ਵਾਇਲੈਂਸ ਦੇ ਉੱਤੇ ਹੈਗੀ ਆ। ਅਸੀਂ ਆਲਸੋ ਸਿੱਖ ਅਵੇਅਰਨੈਸ ਸੁਸਾਇਟੀ ਦੇ ਵਿੱਚ ਸੁਣਿਆ ਹੋਇਆ ਕਿ ਕੇਸਿਸ ਸੈਕਸ਼ੂਅਲ ਵਾਇਲੈਂਸ ਦੇ ਵਿੱਚ ਯੂਕੇ ਦੇ ਵਿੱਚ ਕਾਫੀ ਵਧੇ ਹੋਏ ਆ। ਉਸ ਦੇ ਨਾਲ ਉਹਨਾਂ ਨੇ ਬਰੈਂਪਟਨ ਦੇ ਵਿੱਚ ਵੀ ਚੈਪਟਰ ਸ਼ੁਰੂ ਕੀਤਾ ਹੋਇਆ ਕਿਉਂਕਿ ਆਪਣੇ ਕੇਸਿਸ ਇੱਥੇ ਪੀਐਲ ਦੇ ਵਿੱਚ ਵੀ ਕਾਫੀ ਵੱਧ ਰਹੇ ਆ। ਸੋ ਅਸੀਂ ਸਾਰੇ ਨੂੰ ਸਾਡੇ ਗੈਸਟ ਨੂੰ ਵੈਲਕਮ ਕਰਨਾ ਚਾਹੁੰਦੇ ਆ ਕਿਮ ਡਿਲਨ ਜਿਹੜਾ ਇਹ ਏਰੀਆ ਦੇ ਵਿੱਚ ਕੰਮ ਕਰ ਰਹੀ ਆ। ਐਂਡ ਕਿਮ ਤੁਸੀਂ ਪਲੀਜ਼ ਸਾਡੇ ਵਿਊਅਰਸ ਨੂੰ ਥੋੜਾ ਬਹੁਤਾ ਆਪਦੇ ਬਾਰੇ ਦੱਸੋ ਜਿਹੜਾ ਤੁਸੀਂ ਕੰਮ ਕਰਦੇ ਆ ਤੇ ਉਸ ਦੇ ਨਾਲ ਆਪਾਂ ਇਹ ਕਨਵਰਸੇਸ਼ਨ ਅੱਜ ਵਧਾਈਏ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਹੈਗਾ ਕਿਮ ਡਿਲਨ। ਮੈਂ ਹੈਗੀ ਹਾਂ ਫਾਊਂਡਰ ਆਫ ਦ ਇੱਕ ਸਹਾਰਾ ਫਾਊਂਡੇਸ਼ਨ। ਮੈਨੂੰ ਹੋ ਗਏ 13 ਸਾਲ ਕੰਮ ਕਰਦੀ ਨੂੰ ਸੋਸ਼ਲ ਵਰਕ ਦੇ ਵਿੱਚ, primarily with families and victims of sexual violence. So ਜੇ ਆਪਾਂ sexual violence ਨੂੰ ਦੇਖੋਗੇ, the definition of sexual violence is any type of sexual contact or behavior that occurs without explicit consent of the recipient. So ਜਿਹੜੀ ਆਪਾਂ ਮੰਗਣ ਤੋਂ ਬਗੈਰ ਜਾਂ consent ਤੋਂ ਬਗੈਰ sexual inappropriate touching or inappropriate language experience ਕਰਦੇ ਹਨ ਦੂਸਰੇ ਬੰਦੇ ਤੋਂ। ਐਂਡ ਜਿੱਦਾਂ ਤੁਸੀਂ ਕਿਹਾ ਕਿ ਤੁਹਾਨੂੰ ਬਹੁਤ ਚਿਰ ਹੋ ਗਿਆ ਇਸ ਫੀਲਡ ਦੇ ਵਿੱਚ ਕੰਮ ਕਰਦੇ ਹੋਏ, ਤੁਸੀਂ ਥੋੜਾ ਸ਼ੇਅਰ ਕਰ ਸਕਦੇ ਆ ਕਿ ਜਦ ਤੁਸੀਂ ਸਾਡੇ ਕਮਿਊਨਿਟੀ ਦੇ ਵਿੱਚ ਇਦਾਂ ਦੇ ਕੇਸਿਸ ਦੇਖਦੇ ਆ ਕਿ ਸਾਡੀ ਕਮਿਊਨਿਟੀ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਹੈਗੀ ਆ ਇਸ ਟੌਪਿਕ ਨੂੰ ਲੈ ਕੇ। ਸੋ ਜਦੋਂ ਆਪਾਂ ਸੈਕਸ਼ੂਅਲ ਵਾਇਲੈਂਸ ਬਾਰੇ ਗੱਲ ਕਰਦੇ ਆ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਲੋਕਾਂ ਨੂੰ ਪਤਾ ਨਹੀਂ, ਰਾਈਟ। ਬਹੁਤ ਲੋਕੀ ਸੋਚਦਾ ਵੀ ਇਹ ਆਪਣੀ ਕਮਿਊਨਿਟੀ 'ਚ ਹੁੰਦਾ ਨਹੀਂ ਜਾਂ ਜੇ ਹੁੰਦਾ ਵਾ ਵੀ ਇੱਕ ਦੂਜੇ ਨੂੰ ਜਾਣਦੇ ਨਹੀਂਗੇ ਜਾਂ ਆਪਾਂ ਗੱਲ ਹੀ ਨਹੀਂ ਕਰਦੇ ਜਾਂ ਆਪਾਂ ਕਹਿ ਦਿੰਦੇ ਆ ਬਾਹਰ ਵਾਲੀ ਕਮਿਊਨਿਟੀ ਦੇ ਵਿੱਚ ਹੁੰਦਾ ਇਹ ਆਪਣੇ 'ਚ ਨਹੀਂ ਹੁੰਦਾ। ਜੇ ਹੁੰਦਾ ਆ, ਜੇ ਫੈਮਲੀਜ਼ ਜਾਣਦੀਆਂ ਆ ਉਹ ਕਹਿੰਦੀਆਂ ਨੇ ਵੀ ਚੱਲ ਗੱਲ ਨਹੀਂ ਕਰਨੀ, ਕਿਸ ਨੂੰ ਦੱਸਣਾ ਨਹੀਂਗਾ, ਆਪਾਂ ਲੁਕੋ ਕੇ ਰੱਖਣਾ ਆ, ਰਾਈਟ। ਸੋ ਜਦੋਂ ਆਪਾਂ ਏਦਾਂ ਗੱਲ ਕਰਦੇ ਆ ਆਪਾਂ ਹੈਲਪ ਨਹੀਂ ਲੈਂਦੇਗੇ, ਨਾ ਆਪਾਂ ਜਿਨ੍ਹਾਂ ਨੂੰ ਹੈਲਪ ਚਾਹੀਦੀ ਆ ਨਾ ਉਹਨਾਂ ਨੂੰ ਹੈਲਪ ਦਵਾ ਸਕਦੇ ਆ। ਸੋ ਬਹੁਤ ਜ਼ਰੂਰੀ ਆ ਰੈਕਗਨਾਈਜ਼ ਕਰਨ ਨੂੰ ਵੀ ਸੈਕਸ਼ੂਅਲ ਵਾਇਲੈਂਸ ਐਂਡ ਸੈਕਸ਼ੂਅਲ ਅਸੌਲਟ ਆਪਣੀ ਕਮਿਊਨਿਟੀ ਦੇ ਵਿੱਚ ਹੁੰਦਾ ਆ। ਸੋ 1 in 3 women, ਸੋ 1 in 3 ਔਰਤਾਂ ਨੂੰ ਸੈਕਸ਼ੂਅਲ ਅਸੌਲਟ ਵਿਕਟਮਸ ਹੁੰਦੇ ਆ and 1 in 8 ਬੰਦੇ victims of sexual violence ਹੁੰਦੇ ਆ। And then over 50% of women will experience some form of sexual violence before the age of 16. So ਪਰ ਜੇ ਉਹ numbers ਦੇਖੋਗੇ ਬਹੁਤ ਜ਼ਿਆਦਾ ਹੈ, right? So ਬਹੁਤ ਜ਼ਿਆਦਾ important ਹੈ ਵੀ ਆਪਾਂ ਗੱਲ ਕਰੀਏ ਇੱਕ ਦੂਜੇ ਦੇ ਨਾਲ ਤੇ recognize ਕਰੀਏ ਵੀ ਹੁੰਦਾ ਆ ਤੇ ਆਪਾਂ ਮੈਨੇ ਤੇ ਪਹਿਲਾਂ ਕਿਹਾ ਸੀਗਾ ਵੀ recognizing the importance of sexual health awareness in schools. So education ਬਹੁਤ important ਆ, ਆਪਾਂ ਨੂੰ ਗੱਲ ਕਰਨੀ ਚਾਹੀਦੀ ਹੈ ਇੱਕ ਦੂਜੇ ਦੇ ਨਾਲ ਵੀ ਆਪਾਂ help ਕਿੱਥੇ ਲਾ ਸਕਦੇ ਹਾਂ ਤੇ ਕਿਹਦੇ ਨਾਲ ਗੱਲ ਕਰ ਸਕਦੇ ਹਾਂ।
ਐਂਡ ਇਹਦੇ ਬਾਰੇ ਮੈਂ ਆਲਸੋ ਸੋਚ ਰਹੀ ਸੀ ਹੁਣ ਜਿਵੇਂ ਆਪਣੇ ਸਕੂਲ ਦੇ ਵਿੱਚ ਥੋੜੇ ਚਿਰ ਪਹਿਲਾਂ ਕਰਿਕੂਲਮ ਚੇਂਜ ਹੋਏ ਸੀਗੇ ਸੈਕਸ ਐਜੂਕੇਸ਼ਨ ਉਹ अर्ਲੀਅਰ ਗ੍ਰੇਡ ਦੇ ਵਿੱਚ ਸਿਖਾ ਰਹੇ ਸੀਗੇ Yeah. ਕਾਫੀ ਚਰਚਾ ਹੋ ਰਿਹਾ ਸੀਗਾ ਕਿ ਤੁਸੀਂ ਆਦੇ ਬੱਚਿਆਂ ਨੂੰ ਇਹ ਐਕਸਪੋਜ਼ਰ ਇਹ ਨੌਲੇਜ ਦੇ ਵਿੱਚ ਇਨਕਲੂਡ ਕਰਨਾ ਚਾਹੁੰਦੇ ਆ ਕਿਉਂਕਿ ਉਹ ਕੰਸੈਂਟ ਦੇ ਕੇ ਉਹਨਾਂ ਨੂੰ ਵਿਥਡਰਾ ਕਰ ਸਕਦੇ ਸੀ ਕਿ ਅਸੀਂ ਚਾਹੁੰਦੇ ਸੀ ਕਿ ਉਹ ਕਲਾਸ ਦੇ ਵਿੱਚ ਹੋਣ ਜਾਂ ਉਹਦੇ ਬਾਰੇ ਗੱਲਬਾਤ ਕਰਨ ਰਾਈਟ ਐਂਡ ਆਈ ਥਿੰਕ ਇਹਦਾ ਆਪਣਾ ਕਲਚਰਲ ਲੈਂਸ ਆ ਜਾਂਦਾ ਹੁਣ ਆਪਣੀ ਕਮਿਊਨਿਟੀ ਦੇ ਵਿੱਚ ਘਰਾਂ ਦੇ ਵਿੱਚ ਈਵਨ ਐਜ਼ ਹੈਲਥ ਕੇਅਰ ਪ੍ਰੋਫੈਸ਼ਨਲਸ ਜਦੋਂ ਅਸੀਂ ਆਪਣੇ ਕਮਿਊਨਿਟੀ ਦੇ ਨਾਲ ਸੈਕਸ਼ੂਅਲ ਹੈਲਥ ਬਾਰੇ ਗੱਲ ਕਰਦੇ ਹਾਂ ਸੈਕਸ਼ੂਅਲ ਹਿਸਟਰੀ ਬਾਰੇ ਗੱਲ ਕਰਦੇ ਹਾਂ even in I think even being a healthcare professional ਮੈਨੂੰ ਥੋੜਾ ਜਿਹਾ ਲੱਗਿਆ ਸੀਗਾ how do I get comfortable right and ਉਹ ਮੈਨੂੰ ਸਿਰਫ ਆਪਣੀ community ਨਾਲ ਹੀ ਸੀਗਾ and I think that's because of the culture that I grew up in but knowing that it's a very important part of your health ਕਿ ਜਿਹੜੀ knowledge ਹੈਗੀ ਆ knowledge is power and ਇਹ knowledge ਆਪਾਂ ਪਹਿਲਾਂ ਸ਼ੁਰੂਆਤ ਕਰਦੇ ਆ ਉਹਦੇ ਨਾਲ safeguards ਹੋ ਸਕਦੇ ਆ But I think if we can back up a little bit, ਹੁਣ ਜੇ ਆਪਾਂ sexual violence ਬਾਰੇ ਗੱਲ ਕਰੀਏ, sexual trauma ਬਾਰੇ ਗੱਲ ਕਰੀਏ, everyone thinks that means intercourse, but ਉਹਦੇ actual different levels ਹੁੰਦੇ ਆ ਤੁਸੀਂ ਉਹ ਸਾਡੇ viewers ਦੀ knowledge ਥੋੜਾ ਬਹੁਤਾ ਵਧਾ ਸਕਦੇ ਹੋ in terms of what is sexual violence, what classifies as sexual violence, and some examples. So sexual violence isn't just sex, right? So ਆਪਾਂ ਜਦੋਂ sexual violence ਬਾਰੇ ਸੋਚਦੇ ਹਾਂ ਆਪਾਂ ਬਸ ਉਹਦੇ ਬਾਰੇ ਸੋਚਦੇ ਹਾਂ it's just sex. Sexual violence could be just ਜਦੋਂ ਬੰਦੇ ਵੱਲ ਦੇਖੀ ਜਾਣਾ, right? Just because ਜੇ ਉਹਨਾਂ ਨੇ ਕੱਪੜੇ ਪਾਏ ਹੋਏ tank top ਪਾਇਆ ਜਾਂ crop top shirt ਪਾਇਆ ਉਹਦੇ ਵੱਲ ਦੇਖਣਾ ਤੇ ਉਹਦੇ ਵੱਲ sexual comments ਬਣਾਉਣੇ ਵੀ ਉਹ ਦੇਖ ਉਹਦੀ ਛਾਤੀ ਨਿਕਲਦੀ ਆ or like look at her butt or inappropriately touch karna, just even haath lake, right? Je person the flinch karda hai, respecting each other's autonomy. Photo page ne ਮੇਰੇ ਕੋਲ clients ਹੈਗੇ ਸੀਗੇ ਜਿਨ੍ਹਾਂ ਦੇ ਵਿਆਹ ਹੋਇਆ ਸੀਗਾ ਤੇ ਵਿਆਹ ਟੁੱਟ ਗਿਆ ਤੇ ਉਹਨਾਂ ਦੇ ਕੋਲੇ ਫੋਟੋਆਂ ਸੀਗੀਆਂ ਉਹਨਾਂ ਨੇ ਬੰਦੇ ਨੇ ਚੱਕ ਕੇ ਫੋਟੋਆਂ ਸਾਰੀ ਫੈਮਿਲੀ ਨੂੰ ਭੇਜਤੀਆਂ right and explicit intimate photos so that's a form of sexual violence and sexual exploitation and then just in sex itself, touching yourself inappropriately in front of other people. That's a big one that happens in our community. And making inappropriate comments or catcalling is huge. And so those are some things that we're noticing that are happening, not just within the South Asian community, but overall. And so ਆਪਾਂ ਨੂੰ educate ਕਰਨਾ ਚਾਹੀਦਾ ਹੈ, right? ਤੁਸੀਂ ਕਿਹਾ ਸੀਗਾ ਸਕੂਲਾਂ ਦੇ ਵਿੱਚ education, it's so important that parents send their kids to school. ਤੇ ਆਪਾਂ ਜਦੋਂ sexual violence ਬਾਰੇ ਗੱਲ ਕਰਦੇ ਹਾਂ ਆਪਾਂ tend ਕਰਦੇ ਹਾਂ ਕੁੜੀਆਂ ਦੇ ਨਾਲ ਗੱਲਾਂ ਕਰਨ ਨੂੰ, right? It's so important to talk to our boys as well because ਮੁੰਡਿਆਂ ਦੇ ਨਾਲ ਵੀ ਹੁੰਦਾ ਹੈ sexual violence. ਮੇਰੇ ਕੋਲ ਬਹੁਤ clients ਹੈ ਜਿਹੜੇ ਮੁੰਡੇ ਸੀਗੇ ਜਿਨ੍ਹਾਂ ਨੇ experience ਕੀਤਾ some type of form of sexual harassment or sexual exploitation. So ਉਹਨਾਂ ਦੇ ਨਾਲ ਵੀ ਗੱਲ ਕਰੋ, right? Healthy relationships demonstrate ਕਰੋ ਉਹਨਾਂ ਦੇ ਸਾਹਮਣੇ ਜੇ ਤੁਸੀਂ parents hold your wife's hand or hold your husband's hand, demonstrate the positive healthy relationships. And so ਜਦੋਂ ਉਹ ਬੱਚੇ ਉਦਾਂ ਦੇਖੋਗੇ ਫਿਰ ਉਹਨਾਂ ਨੂੰ recognize ਕਰੋਗੇ ਵੀ okay, this is a positive form of a relationship and this is a negative, right? And so ਫਿਰ ਉਹਨਾਂ ਨੂੰ ਆਪ ਨੂੰ aware ਹੋਗਾ ਵੀ ਉਹ ਕੀ recognize ਕਰ ਸਕਦੇ as an inappropriate. ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਉਹ ਮੇਲ ਐਗਜ਼ਾਮਪਲਸ ਦਿੱਤੇ ਐਂਡ ਮੇਲ ਸੈਕਸ਼ੂਅਲ ਵਾਇਲੈਂਸ ਬਾਰੇ ਗੱਲ ਕੀਤੀ ਕਿਉਂਕਿ ਆਮਤੌਰ ਆਪਾਂ ਜਦੋਂ ਇੱਕ ਗੱਲਬਾਤ ਕਰਦੇ ਆ ਇਹ ਇਸ਼ੂ ਬਾਰੇ ਈਵਨ ਐਗਜ਼ਾਮਪਲਸ ਆਪਾਂ ਦਿੰਨੇ ਆ ਆਪਾਂ ਫੀਮੇਲ ਟਾਰਗੇਟਡ ਐਗਜ਼ਾਮਪਲਸ ਦਿੰਨੇ ਆ ਐਂਡ ਦਿਸ ਡਜ਼ ਹੈਪਨ ਇਨ ਆਰ ਕਮਿਊਨਿਟੀ ਟੂ ਮੈਨ ਟੂ ਮੇਲ and it is a very big issue and je aapa ede bare females da gal karde hesitate karde imagine the hesitation and stigma for someone who's a male who's been impacted and to talk about that because jado struggles hunda you feel like you did something right कि मेरी कोई गलती सीगी it's my fault and it's not your fault and I'd love to hear your thoughts on that. Yeah, so jado aapa we experience kita, right, from clients. So, well, child ne dasya their parent know that somebody had sexually assaulted them. Parent ne kya, well, what were you doing or what were you wearing, right? Or just while aapa nu puchne chahiye because jinna nu experience hoya sexual violence, it is not their fault. That is so important, right?
ਤੁਸੀਂ ਕੁਐਸਚਨਸ ਨਾ ਪੁੱਛੋ ਤੁਹਾਡੀ ਰਿਸਪੌਂਸਿਬਿਲਿਟੀ ਆ ਜੇ ਤੁਹਾਨੂੰ ਕੋਈ ਆ ਕੇ ਦੱਸਦਾ ਆ ਵੀ ਮੇਰੇ ਨਾਲ ਏਦਾਂ ਹੋਇਆ ਤੁਸੀਂ ਉਹਨਾਂ ਨੂੰ ਬਲੀਵ ਕਰੋ ਰਾਈਟ ਤੁਸੀਂ ਉਹਨਾਂ ਦੀ ਗੱਲ ਸੁਣੋ ਕਿਉਂਕਿ ਜੇ ਮੈਂ ਤੁਹਾਨੂੰ ਗਾਰੰਟੀ ਕਰਦੀ ਆ ਬਹੁਤ ਲੋਕਾਂ ਦੇ ਨਾਲ ਹੁੰਦਾ ਆ ਤੇ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਆ ਖੋਲ ਕੇ ਦੱਸਣ ਨੂੰ ਰਾਈਟ ਉਹਨਾਂ ਨੇ ਬਹੁਤ ਵਾਰੀ ਸੋਚਿਆ ਆ ਤੇ ਓਕੇ ਮੈਂ ਜਾ ਕੇ ਕਿਸ ਨੂੰ ਦੱਸਣਾ ਆ ਪਰ ਫਿਰ ਉਹਨਾਂ ਨੇ ਆਪਦੇ ਆਪ ਨੂੰ ਰੋਕਿਆ ਆ ਫਿਰ ਜਦੋਂ ਉਹਨਾਂ ਨੇ ਤੁਹਾਨੂੰ ਦੱਸਿਆ ਆ ਉਹਨਾਂ ਦੇ ਬਹੁਤ like it took a lot of strength or like himmat jam up Punjabi ch kehne right we khol ke dasan nu so it's so important te ਆਪਾਂ ਜਿਵੇਂ ਮੁੰਡਿਆਂ ਦੇ ਬਾਰੇ ਜਦੋਂ ਗੱਲ ਕਰਦੇ ਆ ਆਪਣੀ ਕਮਿਊਨਿਟੀ ਚ ਕਿਹਾ ਜਾਂਦਾ ਹੈ ਬਈ ਮੁੰਡਿਆਂ ਨੂੰ you know have to take the role on of the male figure they a lot of dads ਜਿਹੜੇ outside of the home come ਕਰਦੇ ਆ right like both families ਹੈਗੇ ਮੇਰੇ own dad ਨੇ ਬਾਹਰ ਕੰਮ ਕੀਤਾ ਹੈ CNRL for 40 years there's lots of dads that are working out truck drivers so the mom is taking care of the kids so ਮੁੰਡੇ ਨੂੰ ਕਿਹਾ ਜਾਂਦਾ ਵੀ okay ਤੇ ਡੈਡੀ ਘਰੇ ਹੈ ਨਹੀਂਗਾ ਤੂੰ ਰੋਲ ਲੈਣੀ ਮੁੰਡੇ ਦੀ right so they're told to be strong and not to show emotions or their feelings and that's so wrong like we need to talk to our boys and let them know that it's okay to talk about your feelings and it's okay to express how you're feeling and so once you do that it allows kids to come to you and tell you and be open and honest to have that conversation with you ਆਪਾਂ ਜਦੋਂ ਕੋਈ ਦੱਸਦਾ ਹੈ ਵੀ ਆਪਾਂ ਦੇ ਨਾਲ ਸੈਕਸ਼ੂਅਲ ਅਸੌਲਟ ਹੁੰਦਾ ਹੈ ਰਾਈਟ ਆਪਾਂ ਉਹਨਾਂ ਨੂੰ ਨਾ ਕਿਉਂ ਵੀ ਤੁਸੀਂ ਗਲਤ ਆ ਜਾਂ ਤੁਹਾਡੀ ਫਾਲਟ ਆ ਤੁਸੀਂ ਕੁਛ ਕੀਤਾ ਹੋਣਾ ਆ ਜਾਂ ਓਕੇ ਕਿਸ ਨੂੰ ਦੱਸਣਾ ਨਹੀਂਗਾ ਇਹ ਘਰ ਦੀ ਗੱਲ ਆ ਇਹ ਵੀ ਬਹੁਤ ਰੋਂਗ ਆ ਰਾਈਟ ਬਿਕਾਜ਼ ਬਹੁਤ ਜਿਹੜੇ ਲੋਕਾਂ ਨੂੰ ਜਦੋਂ ਹੁੰਦਾ ਜਦੋਂ ਨਿਆਣੇ ਹੁੰਦੇ ਆ ਉਹ ਸ਼ਾਇਦ ਕਿਸ ਨੂੰ ਦੱਸਦੇ ਨਹੀਂਗੇ ਸੋ ਫਿਰ ਜਦੋਂ ਉਹ ਅਡਲਟ ਹੋ ਕੇ ਆ ਕੇ ਦੱਸਦੇ ਆ ਆਪਾਂ ਉਹਨਾਂ ਨੂੰ ਬਲੀਵ ਕਰਨਾ ਚਾਹੀਦਾ ਆ ਬਹੁਤ ਲੋਕੀ ਕਹਿ ਦਿੰਦੇ ਆ ਕਿ ਪਹਿਲਾਂ ਕਾਹਤੋਂ ਨਹੀਂ ਦੱਸਿਆ ਹੁਣ ਕਾਹਤੋਂ ਦੱਸਿਆ ਆ ਇਟਸ the feeling of shame the feeling of not being accepted by our community not being accepted by our family and friends ਵੀ ਲੋਕ ਆ ਕੇ ਦੱਸਦੇ ਨਹੀਂਗੇ right that's the main part of it ਇੱਕ ਦੂਸਰੀ ਗੱਲ ਹੈ ਆਪਾਂ automatically ਕਹਿ ਦਿੰਦੇ ਆ ਵੀ ਆਪਾਂ okay ਜਾ ਕੇ ਪੁਲਿਸ ਨੂੰ ਤੂੰ ਦੱਸਿਆ ਨਹੀਂਗਾ ਬਹੁਤ ਲੋਕੀ ਨਹੀਂ ਪੁਲਿਸ ਨੂੰ ਦੱਸਦੇ ਉਹ just ਕਿਸ ਨੂੰ ਦੱਸਣਾ ਚਾਹੁੰਦੇ ਆ maybe they don't want to go through the court procedure ਮੈਂ ਤੁਹਾਨੂੰ ਹੁਣ ਦੱਸਦੀ ਆ ਮੈਂ ਬਹੁਤ ਲੋਕਾਂ ਦੇ ਨਾਲ ਕੋਰਟ ਦੇ ਵਿੱਚ ਕੰਮ ਕੀਤਾ ਆ and telling a family member that you've been sexually assaulted is one thing but then having to go to court you're reliving the trauma you're reliving not only the trauma of telling somebody what's happened but you're reliving the actual assault And ਜਿੱਦਾਂ ਤੁਸੀਂ ਗੱਲ ਕੀਤੀ ਕਿ ਸ਼ਰਮ ਬਾਰੇ ਹਨਾ sometimes shame ਸ਼ਰਮ ਦੀ ਗੱਲ ਆ ਅਸੀਂ ਕਿਸੇ ਦੇ ਨਾਲ ਗੱਲ ਨਹੀਂ ਕਰਦੇ and I think that also goes back to the lack of education and the lack of discussing the topic ਜੇ ਅਸੀਂ ਕੋਈ topic ਬਾਰੇ ਗੱਲ ਨਹੀਂ ਕਰਦੇ ਉਹਨੂੰ ਦਬਾ ਕੇ ਰੱਖਦੇ ਆ ਫਿਰ ਜਿਹੜੀ ਸ਼ਰਮ ਆ ਉਹ ਜ਼ਿਆਦਾ ਵੱਧ ਜਾਂਦੀ ਆ so that's why it's important ਕਿ ਅਸੀਂ ਆਪਣੇ ਬੱਚਿਆਂ ਦੇ ਨਾਲ sexual health ਬਾਰੇ ਗੱਲ ਕਰੀਏ not just like puberty and you know what's going to happen as you get older but ਜਿੱਦਾਂ ਤੁਸੀਂ ਦੱਸ ਰਹੇ ਸੀ ਕਿ healthy relationship ਕੀ ਹੁੰਦੀ ਆ and I think you know sexual health ਨੂੰ ਇੱਕ ਪਾਸੇ ਛੱਡੋ but ਅਸੀਂ really healthy relationships ਬਾਰੇ ਵੀ ਨਹੀਂ ਗੱਲ ਕਰਦੇ ਸਾਡੇ community ਵਿੱਚ and ਤੁਸੀਂ ਦੱਸਦੇ ਸੀਗੇ ਕਿ you know ਇੱਕ ਦੂਜੇ ਦਾ ਹੱਥ ਫੜੋ I don't even think I've ever seen my parents hold hands, right? Like, ਕਿੰਨੇ ਸਾਡੇ community ਦੇ ਵਿੱਚ parents ਹੈਗੇ ਆ ਉਹ physically affectionate ਨਹੀਂ ਹੁੰਦੇ but ਤੁਸੀਂ ਥੋੜੇ tips share ਕਰ ਸਕਦੇ ਆ ਸਾਡੇ viewers ਲਈ ਜਿਹੜੇ ਸ਼ਾਇਦ parents ਹੈਗੇ ਆ ਕਿ ਉਹ ਇਹ ਜਿਹੜੀ conversation ਹੈਗੀ ਆ ਆਪਣੇ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਸ਼ੁਰੂ ਕਰ ਸਕਦੇ ਆ so it's really important ਜਿਵੇਂ like young ਉਮਰ ਤੇ ਸ਼ੁਰੂ ਕਰਨ ਨੂੰ right so ਮੈਂ primary ਇਹ example ਦਿੰਦੀ ਹੁੰਦੀ ਆ ਵੀ ਬੱਚਿਆਂ ਨੂੰ ਆਪਾਂ teach ਕਰੀਏ ਵੀ ਉਹਨਾਂ ਦੀ body ਆ right ਉਹ ਜਿਹੜੀ ਉਹਨਾਂ ਦੀ body ਆ they have a right to their body so ਮੈਂ ਵੀ ਮੇਰੇ ਕੋਲ nieces and nephews ਹੈਗੇ ਆ they live in Vancouver I see them once a year but I want to run up to them and give them a hug ਪਰ ਮੈਂ ਉਹਨਾਂ ਨੂੰ ਪੁੱਛਦੀ ਆ can I give you a hug right so that ਫਿਰ ਉਹ ਬੱਚੇ ਨੂੰ ਹੁੰਦਾ ਓਕੇ ਵੀ ਮੇਰੀ ਬਾਡੀ ਆ ਵੀ ਇਹ ਮੈਨੂੰ ਰਿਸਪੈਕਟ ਕਰਦੇ ਆ ਤੇ ਮੈਨੂੰ ਪੁੱਛਦੀ ਆ ਮੇਰੀ ਮਾਸੀ or my ਭੂਆ can I give you a hug and then that teaches the kids boundary setting and they have power over their autonomy and so they're able to understand what consent looks like and that is really big that's where we need to start off with and so the example I give is like you know if an auntie or an uncle comes to your home and your kids are there
they want to like appa kehte hain okay beta ke auntie nu jaake hug de do and the kid says no मैं नहीं जाना, right? Understanding and saying okay you know what it's okay nahi dena koi gal nahi hai na pyar ta thoda katna nahi ga. It's just teaching the kids consent. And so ਜੇ ਹੋਰ ਕੋਈ ਆਉਂਦੇ ਆ ਥੋੜੀ ਫੈਮਿਲੀ ਦੇ ਵਿੱਚ letting them know ਬਈ ਹਾਂ ਅਸੀਂ ਸਾਡੇ ਬੱਚੇ ਨੂੰ ਇੱਦਾਂ teach ਕਰਦੇ ਹਾਂ ਬਈ ਉਹ if they're saying no it means no, whether that's to giving their aunts and uncles a hug or a kiss or holding hands. It's so important because that's where it starts, right? The healthy relationships in the home. And so oh ਬਹੁਤ ਜ਼ਿਆਦਾ important ਆ ਬੱਚਿਆਂ ਨਾਲ ਗੱਲ ਕਰਨ ਨੂੰ ਤੇ ਇੱਕ ਦੂਜੇ ਦੇ ਨਾਲ ਵੀ, right? Like parents ਨਾਲ demonstrate ਕਰਨ ਨੂੰ ਬੇ healthy relationships ਕੀ look ਕਰਦੇ ਆ. ਤੁਸੀਂ also ਜਦੋਂ ਆਪਾਂ ਇਹ ਐਪੀਸੋਡ ਬਾਰੇ ਗੱਲਬਾਤ ਕਰ ਰਹੇ ਸੀ ਇੱਕ ਐਗਜ਼ਾਮਪਲ ਤੁਸੀਂ ਮੈਨੂੰ ਦਿੱਤਾ ਜਿਹੜਾ ਮੈਨੂੰ ਵਧੀਆ ਵੀ ਲੱਗਿਆ ਤੇ ਉਹਦੇ ਨਾਲ we'll get further into consent and how to have safe measures in place. ਪਰ ਜਦੋਂ ਕਈ ਵਾਰ you know elders ਕਹਿੰਦੇ ਆ ਕੇ ਸਾਡੀ ਬੁੱਕਲ ਦੇ ਵਿੱਚ ਬਹਿ ਜਾਓ, like you can say no to that, right? It's not tugging because sometimes little kids or younger kids people want to pick them up. And you know there are cases of inappropriateness happening during those times and you wouldn't even know. Yeah. So I've had cases, right, where I've had teenagers that have said, you know, the uncle would come over and say, come sit in my lap. And I never really knew that it was wrong because my parents used to say, koi na tera taya ya, or whatever, jaake de de, right? Koi na ten taya ya, tenu kuch kehna nahi ga. But it's so important to teach your kids consent and that their body is their body and they have an ownership of it. And you teach them at a young age and they'll be able to understand consent. It's really simple, but it makes such a big difference. It does make a big difference. Yeah. Another tip that, you know, Judith, like I really liked one of mine and Jasmeet's friends, she's a teacher, right? But from a young age, she's been using the actual like scientific biological names for body parts. Yes. And I think like, you know, initially, and this is before or while we were in nursing, after nursing, I was still like, that was very new to me. And I'm like, you know, your kids are so young and you're actually using like, you know, the proper names for body parts. And she explained about that. So I don't know if you want to add more about that and us getting into parents with consent. Because that goes back into teaching kids the autonomy, right? And their body and getting to know their body, because once they're familiar with their own body parts, they'll be able to recognize when something seems off, right? And so they're not going to know that it's wrong. So it's not only on parents to have the conversations. There are supports that are in place to help parents, right? Like I know it's difficult. I never had the sex conversation with my parents. But you know, there's books, there's teachers in schools, there's community centers that you can get information from, and to maybe sit down and have the conversation with yourself first before addressing it with the kids. And I think even like parents of it, like I see like, you know, if in a family, there's a number of moms or new dads to see how the community they support low, right? Yeah. Also reach out to public health nurses. Aj episode dekh reha sode city de vich public health nurses hundiya tusi ਉਹਨਾਂ ਨੂੰ contact ਕਰਕੇ if prevention and awareness I think that's the message today, right? But you know, I think we started talking about these things can happen, you know, to young kids, safeguards in place. But I think also looking at other scenarios and situations where sexual violence can take place. Can you ਤੁਸੀਂ ਉਹਦਾ ਥੋੜਾ ਬਹੁਤਾ comment ਕਰ ਸਕਦੇ ਹੋ, just scenarios share ਕਰ ਸਕਦੇ? Yeah, so ਜਿਹੜਾ ਇੱਕ ਹੋਰ scenario ਜਿਹੜਾ ਬਹੁਤ common ਹੈ ਆਪਣੀ communities ਦੇ ਵਿੱਚ is the marital sexual violence, right? ਜਦੋਂ ਆਪਾਂ ਸੋਚਦੇ ਹਾਂ ਬਈ ਵਿਆਹ ਹੋਇਆ, partnership ਆ, a lot of women don't understand that they're experiencing sexual violence because ਉਹ ਸੋਚਦੇ ਆ ਮੇਰਾ husband ਆ, he wants sex, or ਮੇਰੀ wife ਆ, she wants sex, it's my duty or it's my role to give it to him whenever he wants it. And so understanding that no, just because you're married or you're in this intimate relationship, you don't have to have sex with somebody. You know, you have a right to your body. You can say no. And so
ਉਹੋ ਜਿਹੀਆਂ ਗੱਲਾਂ ਬਹੁਤ ਜ਼ਿਆਦਾ important ਹੈ. And again, just talking about sexual health, right? A lot of women don't even are aware of what sexual health looks like. And I've worked with a lot of women who don't even go and get their pap test or other sexual health tests done. So it's super, super important. And I know there's sexual health clinics all over Canada, and they offer services in Punjabi and English and other languages as well. Yeah, and ਜਦ ਤੁਸੀਂ ਸੈਕਸ਼ੂਅਲ ਹੈਲਥ ਬਾਰੇ ਗੱਲ ਕੀਤੀ, ਮੈਂ ਵੀ ਐਕਚੁਅਲੀ ਇਸ ਵੇਲੇ ਕਲੀਨਿਕ ਦੇ ਵਿੱਚ ਕੰਮ ਕਰਦੀ ਆ, ਐਂਡ ਉੱਥੇ ਮੋਸਟਲੀ ਜਿਹੜੀ ਪੋਪੂਲੇਸ਼ਨ ਹੈਗੀ ਆ ਪੰਜਾਬੀ ਆ, ਐਂਡ ਜਿਹੜਾ ਜਿੱਥੇ ਮੈਂ ਕੰਮ ਕਰਦੀ ਆ, ਮੈਂ ਸਿਰਫ ਉੱਥੇ ਫੀਮੇਲ ਨਰਸ ਆ, ਬਾਕੀ ਸਾਰੇ ਮੇਲ ਡਾਕਟਰਸ ਆ, ਸੋ ਮੇਰਾ ਵੀ ਜੌਬ ਉੱਥੇ ਹੈਗਾ ਆ ਪੈਪ ਟੈਸਟ ਕਰਨਾ। ਐਂਡ ਜਦ ਸਾਊਥ ਏਸ਼ੀਅਨ ਪੰਜਾਬੀ ਜਨਾਨੀਆਂ ਆਉਂਦੀਆਂ ਆ, ਆਫ ਕੋਰਸ ਬਹੁਤ ਸਾਰੇ ਜਾਣਦੇ ਆ ਕਿ ਪੈਪ ਟੈਸਟ ਕੀ ਹੁੰਦੇ ਆ, ਬਟ ਬਹੁਤ ਸਾਰੇ ਹੈਗੇ ਉਹਨਾਂ ਨੂੰ ਪਤਾ ਨਹੀਂ ਕਿ ਇਹਦਾ ਫਾਇਦਾ ਕੀ ਹੈਗਾ ਆ। ਸੋ ਉਹ ਜਿਹੜੀ ਐਜੂਕੇਸ਼ਨ ਹੈਗੀ ਆ, ਜਿਹੜੀ ਸਾਨੂੰ ਬੇਸਿਕ ਲੱਗਦੀ ਆ, ਉਹ ਵੀ ਜ਼ਰੂਰੀ ਹੈਗੀ ਆ ਕਿ ਇਹਦਾ ਮਕਸਦ ਕੀ ਹੈਗਾ ਆ, ਕਿੱਦਾਂ ਇਹਦੀ ਤੁਹਾਡੀ ਹੈਲਪ ਹੋ ਸਕਦੀ ਆ। ਪਰ ਈਵਨ ਮੈਨੂੰ ਸਿਰਫ 1 ਸਾਲ ਹੋ ਗਿਆ ਕਲੀਨਿਕ ਤੇ ਕੰਮ ਕਰਦੇ ਨੂੰ, ਪਰ ਜਿਹੜੇ ਸਮਟਾਈਮਸ ਜਿਹੜੇ ਫੀਮੇਲ ਪੇਸ਼ੈਂਟਸ ਆਉਂਦੇ ਆ, ਉਹਨਾਂ ਨੂੰ ਕੋਈ ਸੈਕਸ਼ੂਅਲ ਹੈਲਥ ਦੀ ਪ੍ਰੋਬਲਮ ਹੁੰਦੀ ਆ, ਪਰ ਉਹਨਾਂ ਨੇ ਕਦੇ ਡਾਕਟਰ ਨੂੰ ਨਹੀਂ ਦੱਸੀ, ਐਂਡ ਉਹ ਇਸ ਕਲੀਨਿਕ ਦੇ ਪੇਸ਼ੈਂਟ ਕਿੰਨੇ ਸਾਲਾਂ ਤੋਂ ਆ, but because ਉਹ ਫੀਮੇਲ ਆ ਐਂਡ ਡਾਕਟਰ ਮੇਲ ਹੈਗੇ ਆ, ਉਹ ਦੱਸਣਾ ਨਹੀਂ ਚਾਹੁੰਦੇ, especially because ਡਾਕਟਰ ਪੰਜਾਬੀ ਆ, ਫੀਮੇਲ ਪੰਜਾਬੀ ਆ, ਸੋ ਉਹ ਸ਼ਰਮ ਵਾਲੀ ਗੱਲ ਆ ਜਾਂਦੀ ਆ। ਸੋ ਉਹ ਸਾਇਲੈਂਸ ਦੇ ਵਿੱਚ ਵੀ ਲੋਕ ਸਫਰ ਕਰਦੇ ਆ। And because I'm there, holi some patients are becoming comfortable and minnu das dinde ya. And for me, it boggles my mind because I'm like, of course, to see apne healthcare professional provider de naal comfortable hone chahide ya in order to share. So ਇਹ ਵੀ ਇੱਕ tip ਹੈਗੀ ਆ ਜਿਹੜੇ ਵੀ viewers ਦੇਖ ਰਹੇ ਆ, ਕਿ ਜਿਹੜੇ ਤੁਹਾਡੇ family doctor ਹੈਗੇ ਆ, ਤੁਸੀਂ ਉਹਨਾਂ ਦੇ ਨਾਲ ਵੀ consult ਕਰ ਸਕਦੇ ਆ। And ਜੇ ਇਹ ਜਿਹੜਾ gender ਦਾ issue ਹੈਗਾ, ਜੇ ਤੁਹਾਨੂੰ difficulty ਲੱਗਦੀ ਆ, ਤੁਸੀਂ of course ਇੱਕ female provider ਵੀ ਲੱਭ ਸਕਦੇ ਆ, ਜੇ ਤੁਸੀਂ female to female comfortable ਆ। If you're a male and you feel comfortable with a male, find a male provider. And ਜਿੱਦਾਂ ਮਨੀਤ ਕਹਿ ਰਹੇ ਸੀਗੇ, public health clinics ਵੀ ਹੈਗੇ ਆ, online ਤੁਸੀਂ ਵੀ information ਲੈ ਸਕਦੇ ਆ, helplines ਵੀ ਹੈਗੀਆਂ ਆ, but definitely ਤੁਹਾਡੇ family doctor ਦੇ ਨਾਲ ਵੀ ਗੱਲ ਕਰਨੀ ਬਹੁਤ ਜ਼ਰੂਰੀ ਆ, because ਉਹ ਵੀ ਤੁਹਾਨੂੰ basic information ਦੇ ਸਕਦੇ ਆ for your health. Yeah, so a episode, I think, you know, ਆਪਾਂ ਥੋੜੀ ਬਹੁਤੀ ਗੱਲਬਾਤ ਅੱਜ ਕੀਤੀ in terms of ਕਿ sexual violence actually ਕੀ ਹੁੰਦਾ ਆ, it's not just intercourse, it's any sort of unwanted, without consent contact or negative sexual attention, right? It can impact, you know, young age the impact ho sakda, it can impact you, you know, as an adult, even seniors. Like we didn't even get into that. I don't know if you've had experience, you know, through the work that you've been doing with seniors. A little bit, like ਜਿਵੇਂ older ladies ਹੁੰਦੇ ਆ, ਉਹ ਆ ਕੇ ਦੱਸਦੇ ਆ ਵੀ ਉਹਨਾਂ ਨੂੰ inappropriately touch ਕੀਤਾ ਗਿਆ ਜਦੋਂ ਬੱਸ ਤੇ ਹੁੰਦੀਆਂ ਜਾਂ public ਦੇ ਵਿੱਚ ਹੁੰਦੀਆਂ ਆ, but again ਫਿਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਕਿੱਥੇ ਜਾ ਸਕਦੇ ਹਾਂ help ਲਈ, right? And so oftentimes ਲੋਕੀ ਇਹ ਵੀ ਸੋਚਦੇ ਆ ਵੀ report ਕਰਨਾ, ਜਦੋਂ police ਨੂੰ ਜਾਂਦੇ ਆ ਵੀ ਕਿਹਨੂੰ ਦੱਸੀਏ, because police officers ਬੰਦੇ ਹੁੰਦੇ ਆ। And so one of the other tips is ਜੇ ਤੁਸੀਂ report ਕਰਨਾ ਚਾਹੁੰਦੇ ਆ, and I know in BC you can report third party reporting, so reporting anonymously. I don't think that's available in Ontario or Alberta yet, but I will double check. But ਤੁਸੀਂ also request ਕਰ ਸਕਦੇ ਆ female police officer. So ਜਦੋਂ ਇਹੋ ਜਿਹੀ ਕੋਈ ਗੱਲਬਾਤ ਹੁੰਦੀ ਹੈ ਤੇ ਤੁਹਾਨੂੰ help ਚਾਹੀਦੀ ਆ, ਤੁਸੀਂ ਪੁੱਛ ਸਕਦੇ ਆ। And ਜੇ ਤੁਸੀਂ hospital ਜਾਂਦੇ ਆ, right, like there's forensic nurses in the hospital, and you can ask to have victim services there with you. So ਜੇ ਤੁਸੀਂ ਇਕੱਲੇ ਜਾਂਦੇ ਆ, ਫਿਰ ਤੁਹਾਡੇ ਨਾਲ ਕੋਈ ਹੋ ਸਕਦਾ ਜਿਹੜੇ understand ਕਰ ਸਕਦਾ ਵੀ nurse ਕੀ ਕਰਦੀ ਆ, ਤੁਹਾਨੂੰ help ਕਰ ਸਕਦੇ ਆ, counseling ਮੈਨੂੰ ਜਾਂ ਹੋਰ services ਹੁੰਦੀਆਂ, right? Because a lot of times with sexual violence, assault ਹੁੰਦਾ ਆ, ਪਰ ਜਿਹੜਾ ਆਪਾਂ ਜਦੋਂ ਆਪਾਂ moment ਦੇ ਵਿੱਚ ਹੁੰਦੇ ਆਪਾਂ ਨੂੰ ਚੇਤਾ ਨਹੀਂ ਆਉਂਦਾ, right, ਵੀ ਕੀ ਹੋਇਆ ਸੀਗਾ, because our memory is so foggy. But over time you'll have flashbacks, and that's why I say you can even have flashbacks years down. And so it's really important to get help for yourself, because a sexual assault or sexual violence can have a huge impact on your mental health,
much later on in life as well, especially if you've experienced child sexual violence. Yeah, I'm glad कि ਤੁਸੀਂ ਇਹ ਗੱਲ share ਕੀਤੀ because even through ਸਾਡੇ ਸੋਚ experience ਦੇ ਵਿੱਚ ਅਸੀਂ ਦੇਖਿਆ ਹੋਇਆ like someone's had sexual violence past in their life in their childhood and ਉਹਨਾਂ ਨੇ ਜਿਵੇਂ ਵੀ manage ਕੀਤਾ life's been going really good ਫਿਰ ਇੱਕ other trigger ਆਉਂਦਾ ਇੱਕ other stressor ਆਉਂਦਾ life ਦੇ ਵਿੱਚ and you're not only just dealing with ਕਿ ਹੁਣ ਜਿਹੜਾ ਨਵਾਂ stressor ਕੀ ਆ ਉਹ ਜਿਹੜਾ ਪੁਰਾਣਾ stressor ਆ in terms of that sexual violence or ਤੁਸੀਂ relive ਕਰਦੇ ਹੋ and ਇੱਕ ਗੱਲ ਹੈਗੀ ਆ especially with you know kids maybe your mind ਤੁਹਾਡਾ ਮਨ ਜਾਂ you know ਤੁਸੀਂ mentally ਉਹ ਗੱਲ ਭੁੱਲ ਜਾਂਦੇ ਹੋ ਪਰ ਤੁਹਾਡੀ body ਚੀਜ਼ਾਂ ਯਾਦ ਰੱਖਦੀ ਆ and that's one thing I think is I think that's so fascinating even at a young age ਜੇ sort of ਉਹ incident ਦੀ memory ਨਹੀਂ ਹੈਗੀ in your brain your body remembers ਕਿ body ਨਾਲ ਕੀ ਹੋਇਆ right so talking about you know ਜੇ ਅੱਜ ਕੋਈ ਵੀ ਸਾਡਾ episode ਦੇਖ ਰਿਹਾ and you know you've been struggling and ਤੁਹਾਨੂੰ ਪਤਾ ਨਹੀਂ ਕੀ ਕਰਨਾ ਚਾਹੀਦਾ ਕਿੱਥੇ ਜਾਣਾ ਚਾਹੀਦਾ I know Kim ਤੁਸੀਂ ਥੋੜਾ ਬਹੁਤ ਆਦੀ information ਵੀ share ਕਰੋਗੇ ਪਰ sochmentalhealth.com info@sochmentalhealth.com ਤੇ ਸਾਨੂੰ email ਕਰ ਸਕਦੇ ਹੋ ਸਾਡੇ website ਤੇ ਦੇਖ ਸਕਦੇ ਹੋ ਪਰ ਕਿਸੇ ਨਾਲ ਗੱਲ ਕਰਨਾ ਬਹੁਤ important ਆ ਸ਼ਾਇਦ ਉਹ ਕੋਈ loved one ਹੋਵੇ ਤੁਹਾਡੇ family ਦੇ ਵਿੱਚ ਸ਼ਾਇਦ ਤੁਸੀਂ ਆਦੇ ਡਾਕਟਰ ਨਾਲ ਗੱਲ ਕਰਨਾ ਚਾਹੁੰਦੇ ਹੋ and please know that ਤੁਸੀਂ ਕੋਈ ਵੀ healthcare professional ਨਾਲ ਗੱਲ ਕਰਦੇ ਹੋ ਉਹ confidential ਰਹਿੰਦੀ ਆ and also most importantly working with a counselor and a therapist ਅਸੀਂ both episodes ਦੇ ਵਿੱਚ ਇਹ ਗੱਲ ਕੀਤੀ ਹੋਈ ਆ but Kim if you can share some resources so ਜੇ ਕਿਸ ਨੂੰ help ਚਾਹੀਦੀ ਆ ਉਹ ਮੈਨੂੰ reach ਕਰ ਸਕਦੇ directly email ਤੇ right and so iksahara@icloud.com and then ਬਾਕੀ ਮੇਰੇ ਕੋਲ resources ਹੈਗੇ across Canada and so ਮੈਂ Manit then I'll share kar dungi and so people can access that. One of the things that I wanted to say before closing off is sexual violence and this topic is very serious. Like we can talk about it for a really long time and there's just so much to cover, but one of the things that I think is really important and I always say this to people is jado thonu koi dasda ya be mere na sexual assault hoya right thoda ja time like I know it's hard for you to hear too but process kana be idna hoya right but just listen to the person right thonu kosh gandhi learning apa we often think we jump to resolutions right like we apa ki kariya apa eda karna a b and c but sometimes the person just needs somebody to hear them right and so that's just really important ਉਹਨਾਂ ਦੀ ਗੱਲ ਸੁਣੋ ਜੇ ਤੁਹਾਨੂੰ ਹੋਰ ਕੋਈ help ਚਾਹੀਦੀ ਆ again ਤੁਸੀਂ ਮੈਨੂੰ email ਕਰ ਸਕਦੇ ਹੋ ਮੈਂ ਤੁਹਾਨੂੰ right away ਜੇ ਥੋੜੀ community ਦੇ ਵਿੱਚ services ਦੱਸ ਸਕਦੀ ਹਾਂ ਵੀ ਕੀ available ਆ but in the meantime just know that you're not alone that happens it's happened to a lot of people and it's not your fault right that's the most important thing I could say is ਜੇ ਤੁਹਾਡੇ ਨਾਲ sexual assault ਹੋਇਆ ਤੁਹਾਡੀ fault ਨਹੀਂ you did nothing to deserve it and that's where I'm going to end it off there but and ਜਿੱਦਾਂ ਤੁਸੀਂ ਕਹਿ ਰਹੇ ਸੀਗੇ ਕਿ ਇਹ ਜਿਹੜਾ ਟੌਪਿਕ ਆ ਇਹਦੇ ਬਾਰੇ ਅਸੀਂ ਹੋਰ ਕਿੰਨੀ ਲੰਬੀ ਗੱਲ ਕਰ ਸਕਦੇ ਹਾਂ ਨਾ ਅੱਜ we just touched like the tip of the iceberg ਸਾਡਾ ਇਹੀ ਮਕਸਦ ਸੀਗਾ ਕਿ ਇਸ ਟੌਪਿਕ ਬਾਰੇ ਅਸੀਂ ਤੁਹਾਡੀ ਅਵੇਅਰਨੈਸ ਥੋੜੀ ਹੋਰ ਵਧਾਈਏ and ਜੇ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ of course ਤੁਸੀਂ ਸਾਨੂੰ ਵੀ email ਕਰ ਸਕਦੇ ਆ and ਜਿੱਦਾਂ ਅਸੀਂ ਇਸ ਐਪੀਸੋਡ ਦੇ ਵਿੱਚ ਗੱਲ ਕੀਤੀ ਕਿ ਪਹਿਲਾਂ ਤੁਸੀਂ ਖੁਦ you know ਆਪਣੇ ਆਪ ਨੂੰ ਐਜੂਕੇਟ ਕਰ ਸਕਦੇ ਆ sexual health ਬਾਰੇ sexual violence ਬਾਰੇ ਕਿਸ ਕਿਸਮ ਦੇ sexual violence ਹੁੰਦੇ ਆ ਫਿਰ ਤੁਸੀਂ ਹੋਰ comfortable ਹੋ ਸਕਦੇ ਆ ਆਪਣੇ ਬੱਚਿਆਂ ਦੇ ਨਾਲ ਗੱਲ ਕਰਨੀ because starting at a young age is very important because ਜਿੱਦਾਂ ਕਿਮ ਨੇ ਵੀ ਦੱਸਿਆ ਜੇ ਅਸੀਂ ਬਚਪਨ ਤੋਂ ਇਹ ਗੱਲਾਂ ਨਹੀਂ ਸ਼ੁਰੂ ਕਰਦੇ ਜੇ ਸਾਨੂੰ ਕੋਈ ਗੱਲ ਦੀ ਜਾਣਕਾਰੀ ਹੈ ਨਹੀਂਗੀ ਫਿਰ ਅਸੀਂ ਉਹੀ you know that unknowingness we're going to take with us through the rest of our lives until we're finally educated so ਜੇ ਜਾਣਕਾਰੀ ਹੈ ਨਹੀਂਗੀ ਫਿਰ adult life ਦੇ ਵਿੱਚ ਵੀ ਅਸੀਂ sexual violence encounter ਕਰ ਸਕਦੇ ਹਾਂ even in seniors right so it affects everybody or it can affect everybody across the lifespan and ਜਿੱਦਾਂ ਕਿਮ ਕਹਿ ਰਹੀ ਸੀ ਕਿ ਤੁਹਾਡੀ fault ਨਹੀਂ ਹੈਗੀ and ਜੇ ਤੁਹਾਨੂੰ ਹੋਰ ਸਹਾਰਾ ਚਾਹੀਦਾ ਆ ਤੁਸੀਂ ਇੱਕ ਸਹਾਰਾ ਨੂੰ ਈਮੇਲ ਕਰ ਸਕਦੇ ਆ ਸੋਚ ਦੇ ਵੈਬਸਾਈਟ ਤੇ ਜਾ ਕੇ ਹੋਰ ਜਾਣਕਾਰੀ ਲੈ ਸਕਦੇ ਆ and ਆਉਣ ਵਾਲੇ ਐਪੀਸੋਡਸ ਦੇ ਵਿੱਚ ਵੀ ਅਸੀਂ ਆਪਣੀ ਸੋਚ ਦੀ ਜਿਹੜੀ ਗੱਲਬਾਤ ਹੈਗੀ ਆ ਜਾਰੀ ਰੱਖਾਂਗੇ ਕਿਉਂਕਿ ਅਸੀਂ ਚਾਹੁੰਦੇ ਆ ਕਿ ਕਮਿਊਨਿਟੀ ਇੱਕ ਦੂਜੇ ਦੀ ਕਹਾਣੀਆਂ ਸੁਣ ਕੇ ਐਕਸਪੀਰੀਐਂਸਸ ਸਾਂਝਾ ਕਰਨ ਤੇ
ਇਕੱਠੇ ਹੋ ਕੇ ਅਸੀਂ ਆਪਣੀ ਸੋਚ ਬਦਲੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।